हाँ जी संगत जी, वाहिगुरु जी का खालसा वाहिगुरु जी की फतेह। ਕਿਰਪਾ ਕਰਕੇ ਲੜੀ ਨੂੰ ਜੋੜਨ ਵਾਸਤੇ ਪਿਛਲੀ ਵੀਡੀਓ ਜ਼ਰੂਰ ਸੁਣ ਲਿਓ ਜੀ। ਜਿਸ ਤਰ੍ਹਾਂ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੇਸ਼ੋ ਦਾਸ ਨੂੰ ਹਵਨ ਕਰਨ ਵਾਸਤੇ ਨੈਣੇ ਦਾ ਟਿੱਲਾ ਜਾਣੀ ਕਿ ਨੈਣਾ ਦੇਵੀ ਦਾ ਮੰਦਿਰ ਜਗ੍ਹਾ ਮਿੱਥ ਕੇ ਦਿੱਤੀ ਕਿ ਉਹ ਉੱਥੇ ਦੇਵੀ ਪ੍ਰਗਟ ਕਰਨ ਦੇ ਲਈ ਹਵਨ ਕਰੇ। ਇਸ ਤਰ੍ਹਾਂ ਵਿਸਾਖ ਦੀ ਪੂਰਨਮਾਸ਼ੀ ਵਾਲਾ ਵੀਰਵਾਰ ਮਿੱਥਿਆ ਹੋਇਆ ਦਿਨ ਆਇਆ ਤਾਂ ਧੌਂਸੇ ਨਫੀਰੀਆਂ ਤੇ ਘੰਟੇ ਸੰਖ ਆਦਿਕ ਵਜਾ ਕੇ ਸਭ ਨੂੰ ਇਸ ਖੁਸ਼ੀਆਂ ਭਰੇ ਸਮੇਂ ਦੀ ਸੂਚਨਾ ਦਿੱਤੀ ਗਈ। ਬਹੁਤ ਸਾਰਾ ਪ੍ਰਸ਼ਾਦ ਵਰਤਾਇਆ ਗਿਆ ਅਤੇ ਸਭ ਸੁਗੰਧੀਆਂ ਨਾਲ ਸਥਾਨ ਨੂੰ ਸੁਗੰਧਿਤ ਕੀਤਾ ਗਿਆ। ਵੇਖਣ ਵਾਲੇ ਲੋਕਾਂ ਦਾ ਮੇਲਾ ਲੱਗ ਗਿਆ। ਜੱਗ ਸਮੇਂ ਪੰਡਿਤ ਕੇਸ਼ੋ ਦਾਸ ਨੇ ਹਵਨ ਕੁੰਡ ਵਿੱਚ ਅਗਨੀ ਪ੍ਰਜਵਲਿਤ ਕਰਕੇ ਮੰਤਰ ਪੜ੍ਹਨੇ ਆਰੰਭ ਕਰ ਦਿੱਤੇ ਅਤੇ ਹਰ ਮੰਤਰ ਦੀ ਸਮਾਪਤੀ ਉੱਤੇ ਗੁਰੂ ਜੀ ਅਗਨੀ ਵਿੱਚ ਆਹੂਤੀ ਪਾ ਕੇ ਕੇਸ਼ੋ ਦਾਸ ਦੇ ਸਮਝਾਏ ਅਨੁਸਾਰ ਸਵਾਹਾ ਸ਼ਬਦ ਦਾ ਉਚਾਰਨ ਕਰ ਦਿੰਦੇ। ਸਾਰਾ ਦਿਨ ਹਵਨ ਕਰਕੇ ਰਾਤ ਨੂੰ ਵਿਸ਼ਰਾਮ ਕਰਦੇ। ਇਸ ਤਰ੍ਹਾਂ ਲਗਾਤਾਰ ਕਾਫੀ ਲੰਮੇ ਸਮੇਂ ਤੱਕ ਇਹ ਜੱਗ ਹੁੰਦਾ ਰਿਹਾ। ਇੱਕ ਦਿਨ ਸਵਾ ਪਹਿਰ ਹਵਨ ਕਰਨ ਉਪਰੰਤ ਗੁਰੂ ਜੀ ਆਪਣੇ ਯੋਧਿਆਂ ਨੂੰ ਨਾਲ ਲੈ ਕੇ ਜੰਗਲ ਵਿੱਚ ਸ਼ਿਕਾਰ ਖੇਡ ਕੇ ਕੁਝ ਹਿਰਨ ਸਹੇ ਤਿੱਤਰ ਆਦਿਕ ਜਾਨਵਰ ਮਾਰ ਕੇ ਅਨੰਦਪੁਰ ਨੂੰ ਲਈ ਆ ਰਹੇ ਸਨ ਕਿ ਕੇਸ਼ੋ ਦਾਸ ਨੇ ਬੇਨਤੀ ਕੀਤੀ ਕਿ ਤੁਸਾਂ ਨੇ ਹਵਨ ਦੇ ਦਿਨਾਂ ਵਿੱਚ ਇਤਨੇ ਜੀਵਾਂ ਦੀ ਹੱਤਿਆ ਕੀਤੀ ਹੈ। ਮੈਨੂੰ ਡਰ ਹੈ ਕਿ ਹਵਨ ਵਿੱਚ ਕੋਈ ਵਿਘਨ ਨਾ ਪੈ ਜਾਵੇ। ਜੀਵ ਹੱਤਿਆ ਵਰਗਾ ਹੋਰ ਕੋਈ ਪਾਪ ਨਹੀਂ ਹੁੰਦਾ। ਸਭ ਵਿੱਚ ਪਰਮਾਤਮਾ ਪਰਿਪੂਰਨ ਹੈ, ਇਸ ਕਰਕੇ ਇਹ ਗੱਲ ਚੰਗੀ ਨਹੀਂ ਹੈ। ਪੰਡਿਤ ਪਾਸੋਂ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਸੇਵਾਦਾਰਾਂ ਨੂੰ ਕਿਹਾ ਕਿ ਅਸਾਂ ਪੰਡਿਤ ਜੀ ਨੂੰ ਨਾਰਾਜ਼ ਨਹੀਂ ਕਰਨਾ। ਸਭ ਜਾਨਵਰਾਂ ਦੇ ਬੰਧਨ ਖੋਲ ਦਿਓ। ਜਦ ਹੁਕਮ ਮੰਨ ਕੇ ਮਰੇ ਹੋਏ ਜਾਨਵਰਾਂ ਦੇ ਬੰਧਨ ਖੋਲੇ ਗਏ ਤਾਂ ਸਾਰੇ ਜੀਵਤ ਹੋ ਕੇ ਉੱਡਣ ਵਾਲੇ ਉੱਡ ਗਏ ਅਤੇ ਭੱਜਣ ਵਾਲੇ ਭੱਜ ਗਏ। ਇਹ ਕੌਤਕ ਵੇਖ ਕੇ ਪੰਡਿਤ ਬੜਾ ਪ੍ਰਸੰਨ ਹੋਇਆ ਅਤੇ ਗੁਰੂ ਜੀ ਨੂੰ ਮਾਰਨ ਅਤੇ ਜਿਵਾਲਨ ਹਾਰ ਸਮਰੱਥ ਪੂਰਨ ਜਾਣ ਕੇ ਧੰਨ ਧੰਨ ਆਖਿਆ। ਕੁਝ ਸਮੇਂ ਉਪਰੰਤ ਗੁਰੂ ਜੀ ਹਵਨ ਕਰਕੇ ਕਦੇ ਰਾਤ ਨੂੰ ਅਨੰਦਪੁਰ ਜਾ ਬਿਰਾਜਦੇ ਅਤੇ ਕਦੇ ਰਾਤ ਉੱਥੇ ਟਿੱਲੇ ਉੱਤੇ ਹੀ ਬਿਰਾਜ ਜਾਂਦੇ। ਪਿਛਲੇ ਪਹਿਰ ਜਦ ਆਪ ਜੀ ਅਨੰਦਪੁਰ ਜਾਂਦੇ ਤਾਂ ਉੱਥੇ ਹੀ ਦੀਵਾਨ ਲਗਾ ਕੇ ਦੂਰ ਤੋਂ ਆਈਆਂ ਸੰਗਤਾਂ ਨੂੰ ਸਤਨਾਮ ਦਾ ਉਪਦੇਸ਼ ਦਿੰਦੇ। ਇੱਕ ਦਿਨ ਪਟਣੇ ਦੀ ਸੰਗਤ ਨਾਲ ਇੱਕ ਮਾਲੀ ਵੀ ਪਟਣੇ ਤੋਂ ਆਇਆ। ਉਸਨੇ ਬੇਨਤੀ ਕੀਤੀ, ਗੁਰੂ ਜੀ ਉਹ ਮੈਂ ਸ਼ਾਹੀ ਬਾਗ ਵਿੱਚੋਂ ਆਪ ਜੀ ਵਾਸਤੇ ਕੰਬ ਦਾ ਬੂਟਾ ਭੇਟ ਲਿਆਇਆ ਹਾਂ, ਜਿਸ ਨੂੰ ਜਿੱਥੇ ਹੁਕਮ ਕਰੋ ਲਗਾਇਆ ਜਾਵੇ। ਗੁਰੂ ਜੀ ਨੇ ਇਸ ਸਮੇਂ ਆਪਣੇ ਧਨੁੱਖ ਚੋਂ ਇੱਕ ਤੀਰ ਚਲਾਇਆ ਅਤੇ ਸੇਵਾਦਾਰ ਨੂੰ ਹੁਕਮ ਕੀਤਾ ਕਿ ਜਿੱਥੇ ਇਹ ਤੀਰ ਡਿੱਗਾ ਹੈ ਉੱਥੇ ਮਾਲੀ ਨੂੰ ਲੈ ਜਾਓ, ਇਹ ਅੰਬ ਦਾ ਬੂਟਾ ਉੱਥੇ ਲਗਾ ਦੇਵੋ। ਹੁਕਮ ਅਨੁਸਾਰ ਸੇਵਾਦਾਰ ਨੇ ਜਦ ਮਾਲੀ ਨੂੰ ਉਹ ਥਾਂ ਜਾ ਕੇ ਵਿਖਾਈ ਤਾਂ ਉਹ ਅਨੰਦਪੁਰ ਤੋਂ ਸਵਾ ਕੋ ਦੂਰ ਸੀ ਜਿੱਥੇ ਸਤਿਗੁਰੂ ਜੀ ਦਾ ਤੀਰ ਧਰਤੀ ਵਿੱਚ ਗੱਡਿਆ ਹੋਇਆ ਸੀ। ਮਾਲੀ ਨੇ ਉੱਥੇ ਉਹ ਬੂਟਾ ਲਗਾ ਦਿੱਤਾ, ਜਿਸ ਨੂੰ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਅਸਾਂ ਵੇਖਿਆ ਨਹੀਂ ਪਰ ਸੁਣਿਆ ਹੈ ਕਿ ਅਜੇ ਤੱਕ ਉਹ ਬੂਟਾ ਖੜਾ ਹੈ। ਹਵਨ ਕੁੰਡ ਵਿੱਚ ਜਿਉਂ-ਜਿਉਂ ਗੁਰੂ ਜੀ ਮੰਤਰ ਪੜ੍ਹ ਕੇ ਆਹੂਤੀ ਪਾਉਂਦੇ ਗਏ ਤਿਉਂ-ਤਿਉਂ ਸਭ ਦੇਵੀਆਂ ਜੈਸਾ ਕਿ ਇੰਦਰਾਣੀ, ਕੁਬੇਰ ਦੀ ਇਸਤਰੀ ਅਤੇ ਹੋਰ ਅਨੇਕ ਪ੍ਰਕਾਰ ਦੀਆਂ ਸ਼ਕਤੀਆਂ ਨੇ ਆਣ ਕੇ ਬੇਨਤੀ ਕੀਤੀ ਕਿ ਤੁਸੀਂ ਇੰਨਾ ਕਸ਼ਟ ਕਿਉਂ ਕਰ ਰਹੇ ਹੋ। ਜਿਸ ਚੀਜ਼ ਧਨ ਆਦਿਕ ਦੀ ਲੋੜ ਹੈ ਸਾਨੂੰ ਹੁਕਮ ਕਰੋ, ਅਸੀਂ ਹਾਜ਼ਰ ਕਰ ਦਿੰਦੀਆਂ ਹਾਂ। ਪਰ ਗੁਰੂ ਜੀ ਨੇ ਕਿਸੇ ਦੇਵੀ ਸ਼ਕਤੀ ਵੱਲ ਵੀ ਅੱਖ ਪੁੱਟ ਕੇ ਨਾ ਵੇਖਿਆ। ਇੱਕ ਪਰਮੇਸ਼ਰੀ ਸ਼ਕਤੀ ਮਹਾਵਿਦਿਆ ਜੋ ਦੁਸ਼ਟਾਂ ਦੇ ਨਾਸ਼ ਕਰਨ ਵਾਲੀ ਅਤੇ ਦਾਸਾਂ ਨੂੰ ਸੁੱਖ ਦੇਣ ਵਾਲੀ ਪਰਮ ਜੋਤ ਦੀ ਜੋਤੀ ਹੈ, ਉਸ ਦੇ ਧਿਆਨ ਵਿੱਚ ਹੀ ਅਡੋਲ ਟਿਕੇ ਰਹੇ। ਇਸ ਤਰ੍ਹਾਂ ਚਿੱਤ ਆਰਾਧਨਾ ਕਰਦਿਆਂ ਨੂੰ ਜਦ 9 ਮਹੀਨੇ ਬੀਤ ਗਏ ਅਤੇ 10ਵਾਂ ਆਰੰਭ ਹੋ ਗਿਆ ਤਾਂ ਆਪ ਜੀ ਬਹੁਤ ਸਮਾਂ ਬੈਠ ਕੇ ਹਵਨ ਕਰਨ ਲੱਗੇ। ਚੇਤਰ ਚੜ੍ਹ ਪਿਆ। ਪੰਡਿਤ ਕੇਸ਼ੋ ਦਾਸ ਨੇ ਗੁਰੂ ਜੀ ਨੂੰ ਦੱਸਿਆ ਕਿ ਹੁਣ ਪਤਾ ਨਹੀਂ ਕਿਹੜੇ ਸਮੇਂ ਦਿਨੇ ਕਿ ਰਾਤ ਨੂੰ ਦੇਵੀ ਪ੍ਰਗਟ ਹੋਣ ਵਾਲੀ ਹੈ, ਤੁਸੀਂ ਸਾਵਧਾਨ ਰਹਿਣਾ। ਮੈਂ ਉਸ ਨੂੰ ਕੋਈ ਯੋਗ ਭੇਟਾ ਦੇਣ ਵਾਸਤੇ ਸ਼ਹਿਰ ਤੋਂ ਲੈ ਆਵਾਂ। ਇਸ ਤਰ੍ਹਾਂ ਬਹਾਨਾ ਕਰਕੇ ਕੇਸ਼ੋ ਦਾਸ ਅਨੰਦਪੁਰ ਚਲਿਆ ਗਿਆ। ਜਦ ਬਹੁਤ ਸਮੇਂ ਤੱਕ ਕੇਸ਼ੋ ਦਾਸ ਵਾਪਸ ਨਾ ਆਇਆ ਤਾਂ ਗੁਰੂ ਜੀ ਨੇ ਇਸ ਦੀ ਅਸਫਲਤਾ ਦਾ ਕਾਰਨ ਸਮਝ ਬਾਕੀ ਦੀ ਬਚੀ ਹੋਈ ਸਾਰੀ ਸਮੱਗਰੀ ਇੱਕ ਵਾਰ ਹੀ ਹਵਨ ਕੁੰਡ ਵਿੱਚ ਪਾ ਦਿੱਤੀ। ਇਤਨਾ ਬਹੁਤ ਸਾਰਾ ਘਿਓ ਆਦਿ ਸਮੱਗਰੀ ਦੇ ਪੈਣ ਨਾਲ ਹਵਨ ਕੁੰਡ ਵਿੱਚੋਂ ਅਗਨੀ ਦੀਆਂ ਬਹੁਤ ਉੱਚੀਆਂ ਲਾਟਾਂ ਨਿਕਲੀਆਂ, ਜਿਸ ਨੂੰ ਦੂਰ ਤੋਂ ਲੋਕ ਇਹ ਸਮਝ ਕੇ ਕਿ ਦੇਵੀ ਪ੍ਰਗਟ ਹੋ ਗਈ ਹੈ ਉਹ ਦੇਖਣ ਵਾਸਤੇ ਆਏ। ਇਹ ਕੌਤਕ ਨੂੰ ਜਦ ਲੋਕ ਦੌੜ ਕੇ ਵੇਖਣ ਆਏ ਤਾਂ ਅੱਗੇ ਗੁਰੂ ਜੀ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਉੱਚੀ ਕਰਕੇ ਹਵਨ ਕੁੰਡ ਦੇ ਪਾਸ ਖੜੇ ਸਨ। ਆਪ ਜੀ ਨੇ ਵੇਖਣ ਵਾਲਿਆਂ ਨੂੰ ਇਸ ਕਿਰਪਾਨ ਵੱਲ ਇਸ਼ਾਰਾ ਕਰਕੇ ਦੱਸਿਆ
ਕਿ ਆਹ ਦੇਵੀ ਸ਼ਕਤੀ ਪ੍ਰਗਟ ਹੋਈ ਹੈ, ਇਸ ਦੇ ਬਲ ਨਾਲ ਅਸਾਂ ਜ਼ਾਲਮ ਦੇ ਜ਼ੁਲਮ ਦਾ ਨਾਸ਼ ਕਰਨਾ ਹੈ। ਲੋਕਾਂ ਨੇ ਸ਼ਰਧਾ ਨਾਲ ਇਸ ਦੇਵੀ ਨੂੰ ਨਮਸਕਾਰਾਂ ਕੀਤੀਆਂ। ਇਸ ਵਾਰਤਾ ਉਪਰੰਤ ਸਤਿਗੁਰੂ ਜੀ ਪਹਾੜੀ ਤੋਂ ਹੇਠਾਂ ਉਤਰ ਆਏ ਅਤੇ ਘੋੜੇ ਉੱਤੇ ਸਵਾਰ ਹੋ ਕੇ ਸਿੱਖ ਸੇਵਕਾਂ ਸਹਿਤ ਅਨੰਦਪੁਰ ਵਾਪਸ ਆ ਗਏ। ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬੇਅੰਤ ਸੰਗਤਾਂ ਇਕੱਠੀਆਂ ਹੋ ਗਈਆਂ। ਨਗਰ ਨਿਵਾਸੀਆਂ ਨੇ ਘਰ ਘਰ ਦੀਪਮਾਲਾ ਕੀਤੀਆਂ ਤੇ ਬਹੁਤ ਖੁਸ਼ੀਆਂ ਮਨਾਈਆਂ। ਸਤਿਗੁਰੂ ਜੀ ਨੇ ਇਸ ਖੁਸ਼ੀ ਵਿੱਚ ਇੱਕ ਮਹਾਨ ਯੱਗ ਕਰਕੇ ਸਭ ਅਧਿਕਾਰੀ ਲੋਕਾਂ ਨੂੰ ਯਥਾਯੋਗ ਧਨ ਵਸਤਰ ਆਦਿਕ ਦਾਨ ਕੀਤੇ, ਪਰ ਆਪ ਜੀ ਨੇ ਪੰਡਿਤ ਕੇਸ਼ੋਦਾਸ ਨੂੰ ਕੋਈ ਨਿਉਤਾ ਨਾ ਦਿੱਤਾ। ਇਸ ਗੱਲ ਦਾ ਜਦ ਕੇਸ਼ੋਦਾਸ ਨੂੰ ਪਤਾ ਲੱਗਾ ਤਾਂ ਉਹ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਕਿ ਮੈਂ ਸ੍ਰੇਸ਼ਟ ਕੁਲ ਦਾ ਵੇਦਾਚਾਰੀ ਬ੍ਰਾਹਮਣ, ਫਿਰ ਯੱਗ ਦਾ ਕਰਾਉਣ ਵਾਲਾ ਹੋਤਾ, ਮੈਨੂੰ ਗੁਰੂ ਜੀ ਨੇ ਕਿਉਂ ਯਾਦ ਨਹੀਂ ਕੀਤਾ, ਮੇਰੀ ਬੜੀ ਨਿਰਾਦਰੀ ਹੋਈ ਹੈ। ਜਦ ਪੰਡਿਤ ਦੇ ਇਸ ਗੁੱਸੇ ਦਾ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਨੇ ਪੰਡਿਤ ਨੂੰ ਸੱਦ ਕੇ ਆਖਿਆ ਕਿ ਪੰਡਿਤ ਜੀ, ਇਹ ਸਾਰੀ ਕਰਮਾਂ ਦੀ ਖੇਡ ਹੈ। ਪਹਿਲਾਂ ਤੁਸੀਂ ਸਾਡੀ ਯਾਦ ਵਿੱਚ ਹੀ ਨਹੀਂ ਆਏ, ਹੁਣ ਤੁਸੀਂ ਗੁੱਸੇ ਨਾ ਹੋਵੋ। ਜੋ ਕੁਝ ਧਨ ਵਸਤਰ ਆਦਿਕ ਤੁਸੀਂ ਆਖੋ ਹੁਣ ਹੀ ਤੁਹਾਨੂੰ ਪਹੁੰਚਾ ਦਿੰਦੇ ਹਾਂ। ਜਦ ਯੱਗ ਆਦਿਕ ਦੁਆਰਾ ਸਾਰੇ ਪਹਾੜੀ ਰਾਜਿਆਂ ਨੂੰ ਵੀ ਖਬਰ ਹੋ ਗਈ ਕਿ ਗੁਰੂ ਜੀ ਨੇ ਦੇਵੀ ਪ੍ਰਗਟ ਕਰਕੇ ਉਸ ਤੋਂ ਵਰ ਪ੍ਰਾਪਤ ਕੀਤੇ ਹਨ, ਤਾਂ ਉਹ ਸਾਰੇ ਭੀਮ ਚੰਦ ਸਹਿਤ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਆਏ। ਸਾਰਿਆਂ ਨੇ ਦੇਵੀ ਪ੍ਰਗਟ ਕਰਨ ਦੀ ਆਪ ਜੀ ਨੂੰ ਵਧਾਈ ਦਿੱਤੀ ਅਤੇ ਬੜੀ ਖੁਸ਼ੀ ਪ੍ਰਗਟ ਕੀਤੀ ਅਤੇ ਆਖਿਆ ਕਿ ਆਪ ਧੰਨ ਹੋ ਜਿਨ੍ਹਾਂ ਨੇ ਦੇਵੀ ਪ੍ਰਗਟ ਕੀਤੀ, ਤੁਹਾਡੇ ਤੋਂ ਬਿਨਾਂ ਹੋਰ ਕਿਸ ਦੀ ਸ਼ਕਤੀ ਹੈ ਜੋ ਐਸਾ ਕਰ ਸਕੇ। ਗੁਰੂ ਜੀ ਨੇ ਰਾਜਿਆਂ ਨੂੰ ਆਖਿਆ ਕਿ ਤੁਸੀਂ ਵੀ ਜੇਕਰ ਸਿੱਖੀ ਧਾਰਨ ਕਰ ਲਵੋ ਅਤੇ ਖੰਡੇ ਦੀ ਪੌਲ ਲੈ ਲਵੋ ਤਾਂ ਤੁਹਾਨੂੰ ਵੀ ਬੜਾ ਪ੍ਰਤਾਪ ਵਧੇਗਾ। ਇਸ ਦੇ ਉੱਤਰ ਵਿੱਚ ਸਾਰੇ ਰਾਜਿਆਂ ਨੇ ਵਿਚਾਰ ਕੇ ਆਖਿਆ ਕਿ ਜੇ ਲਾਂਗੜ ਵਾਲੀ ਧੋਤੀ, ਜੰਝੂ ਅਤੇ ਬੋਦੀ ਸਾਡੀ ਰਹਿਣ ਦਿਓ ਤਾਂ ਹੋਰ ਸਭ ਗੱਲਾਂ ਤੁਹਾਡੀਆਂ ਸਾਨੂੰ ਪ੍ਰਵਾਨ ਹਨ, ਕਿਉਂਕਿ ਆਪਣੇ ਸੰਬੰਧੀ ਦੇ ਮਰਨੇ ਪਰ ਸਾਨੂੰ ਸਿਰ ਵੀ ਮੁੰਡਵਾਉਣਾ ਪੈਂਦਾ ਹੈ ਅਤੇ ਤਰਪਣ ਆਦਿਕ ਕਿਰਿਆ ਵਾਸਤੇ ਜਨੇਊ ਪਾਣਾ ਵੀ ਜ਼ਰੂਰੀ ਹੈ। ਇਸ ਵਾਸਤੇ ਜੇ ਅਸੀਂ ਇਹ ਧਾਰਨ ਨਾ ਕਰੀਏ ਤਾਂ ਸਾਡਾ ਧਰਮ ਨਹੀਂ ਰਹਿੰਦਾ, ਸਾਨੂੰ ਹੋਰ ਰਿਸ਼ਤੇਦਾਰ ਤੇ ਲੋਕ ਮਖੌਲ ਕਰਨਗੇ, ਸਾਡੀ ਲੋਕਾਚਾਰੀ ਰੀਤੀ ਨਹੀਂ ਰਹੇਗੀ ਜਿਸ ਦੇ ਅਨੁਸਾਰ ਸਾਨੂੰ ਰਹਿਣਾ ਜ਼ਰੂਰੀ ਹੈ। ਇਸ ਤੋਂ ਬਿਨਾਂ ਅਸੀਂ ਪੌਲ ਲੈਣ ਨੂੰ ਤੇ ਹੋਰ ਰੀਤੀ ਜੋ ਤੁਸੀਂ ਦੱਸੋ ਧਾਰਨ ਨੂੰ ਤਿਆਰ ਹਾਂ। ਰਾਜਿਆਂ ਦਾ ਇਹ ਉੱਤਰ ਸੁਣ ਕੇ ਗੁਰੂ ਜੀ ਹੱਸ ਕੇ ਬੋਲੇ ਕਿ ਹੋਰ ਜਿੰਨੇ ਵੀ ਮਤਾਂ ਵਾਲੇ ਸਾਧੂ ਹਨ ਉਹ ਸਾਰੇ ਪਹਿਲੀ ਬ੍ਰਹਮਾ ਦੀ ਦਿੱਤੀ ਹੋਈ ਸਾਰੀ ਰੀਤੀ ਨੂੰ ਤਿਆਗ ਕੇ ਆਪਣੇ ਭੇਖ ਦੇ ਚਿੰਨ੍ਹ ਅਤੇ ਰੰਗੇ ਹੋਏ ਗੇਰੂਏ ਕੱਪੜੇ ਦਿੰਦੇ ਹਨ, ਪਰ ਅਸੀਂ ਤਾਂ ਤੁਹਾਨੂੰ ਚੰਗੀ ਰੀਤੀ ਦਿੰਦੇ ਹਾਂ। ਜੋ ਰੂਪ ਕੇਸਾਂ ਸਹਿਤ ਪਰਮੇਸ਼ਰ ਨੇ ਦਿੱਤਾ ਹੈ ਉਹਨੂੰ ਵਾਹਿਗੁਰੂ ਜੀ ਦੀ ਮੋਹਰ ਛਾਪ ਸਮਝ ਕੇ ਰੱਖੋ। ਜਨੇਊ ਦੇ ਥਾਂ ਤੁਹਾਨੂੰ ਲੋਕਾਂ ਦੇ ਭਲੇ ਲਈ ਤਲਵਾਰ ਦਿੰਦੇ ਹਾਂ। ਇਸ ਨਾਲ ਦੁਸ਼ਟਾਂ ਦਾ ਨਾਸ਼ ਕਰੋ ਅਤੇ ਧਰਤੀ ਦਾ ਰਾਜ ਕਰੋ। ਕੁਝ ਪਹਿਨੋ ਜੋ ਪੂਰਬ ਰੀਤੀ ਅਨੁਸਾਰ ਹੈ, ਇਸ ਨੂੰ ਸਾਰੇ ਯੋਧੇ ਪਹਿਨਦੇ ਰਹੇ ਹਨ। ਜੋ ਤੁਹਾਨੂੰ ਕੇਸ ਰੱਖਣਾ ਤੇ ਕੁਝ ਪਹਿਨਣਾ ਚੰਗਾ ਨਹੀਂ ਲੱਗਦਾ ਤਾਂ ਫਿਰ ਜਿਵੇਂ ਮਰਜ਼ੀ ਹੈ ਕਰੋ। ਅਸਾਂ ਤਾਂ ਨਿਸ਼ਚੈ ਹੀ ਇੱਕ ਪਵਿੱਤਰ ਰਹਿਣ ਵਾਲਾ ਪੰਥ ਪ੍ਰਗਟ ਕਰਨਾ ਹੈ। ਜਿਹੜੇ ਇਸ ਵੇਲੇ ਚਾਰੇ ਵਰਨ ਦੀਨ ਬਣ ਕੇ ਤੁਰਕਾਂ ਦੀ ਕਾਰ ਕਰਦੇ ਹਨ ਉਹਨਾਂ ਨੂੰ ਪ੍ਰਿਥਵੀ ਦੇ ਰਾਜੇ ਕਹਿੰਦੇ ਹਨ। ਮੁਗਲ ਰਾਜ ਨੂੰ ਅਸਾਂ ਨੇ ਜੜ ਤੋਂ ਪੁੱਟ ਕੇ ਇਹਨਾਂ ਦਾ ਖੁਰਾ ਖੋਜ ਨਹੀਂ ਰਹਿਣ ਦੇਣਾ। ਗੁਰੂ ਜੀ ਦੀ ਇਹ ਗੱਲ ਸੁਣ ਕੇ ਭੀਮ ਚੰਦ ਨੇ ਕਿਹਾ, ਗੁਰੂ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਇਹ ਗੱਲ ਅਸੰਭਵ ਹੈ। ਇਹ ਪਠਾਨ ਤਾਂ ਇਕੱਲਾ ਇਕੱਲਾ ਬੱਕਰਾ ਖਾ ਜਾਂਦੇ ਹਨ, ਫਿਰ ਉਹ ਸ਼ਸਤਰ ਵਿੱਦਿਆ ਦੇ ਬੜੇ ਜਾਣੂ ਹਨ, ਬਹੁਤ ਤਾਕਤ ਅਤੇ ਬੁੱਧੀ ਵਾਲੇ ਹਨ। ਇਹਨਾਂ ਦੇ ਰਾਜ ਸਾਜ ਦੀ ਗਿਣਤੀ ਨਹੀਂ ਪੈਂਦੀ ਕਿ ਕਿੱਡਾ ਕੁ ਹੈ। ਯੁੱਧ ਵਿੱਚ ਇਹ ਸਾਨੂੰ ਚਿੜੀਆਂ ਸਮਝ ਕੇ ਬਾਜਾਂ ਵਾਂਗੂ ਪੈਂਦੇ ਹਨ। ਇਹਨਾਂ ਚਿੜੀਆਂ ਤੋਂ ਉਹਨਾਂ ਬਾਜਾਂ ਨੂੰ ਕਿਸ ਤਰ੍ਹਾਂ ਤੜਵਾ ਦਿਓਗੇ, ਇਹ ਗੱਲ ਸਾਡੇ ਮੰਨਣ ਵਿੱਚ ਨਹੀਂ ਆਉਂਦੀ। ਤਾਂ ਗੁਰੂ ਜੀ ਨੇ ਕਿਹਾ, ਚਿੜੀਆਂ ਕੋਲੋਂ ਬਾਜ ਤੁੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਹੇ ਰਾਜਿਓ, ਮੈਂ ਆਪਣੇ ਸਿੱਖਾਂ ਵਿੱਚ ਇਤਨਾ ਬਲ ਭਰ ਦਿਆਂਗਾ ਕਿ ਇਹਨਾਂ ਪਾਸੋਂ ਉਹਨਾਂ ਪਠਾਣਾਂ ਨੂੰ ਤੜਵਾਵਾਂਗਾ ਜਿਨ੍ਹਾਂ ਨੂੰ ਤੁਸੀਂ ਬਾਜ ਆਖਦੇ ਹੋ। ਜਿਸ ਤਰ੍ਹਾਂ ਸ਼੍ਰੀ ਰਾਮ ਚੰਦਰ ਜੀ ਨੇ ਜੰਗਲ ਦੇ ਬਾਂਦਰਾਂ ਪਾਸੋਂ 3 ਲੋਕਾਂ ਦੇ ਰਾਜੇ ਰਾਵਣ ਨੂੰ ਉਸ ਦੀ ਬੇਅੰਤ ਸੈਨਾ ਸਹਿਤ ਨਾਸ਼ ਕਰ ਦਿੱਤਾ ਸੀ, ਇਸੇ ਤਰ੍ਹਾਂ ਹੀ ਅਸੀਂ ਇਹਨਾਂ ਗਰੀਬਾਂ ਦੇ ਸਿਰ ਤੇ ਹੱਥ ਰੱਖ ਕੇ ਅੰਮ੍ਰਿਤ ਦੇ ਤੇਜ ਨਾਲ ਅਨੇਕ ਪ੍ਰਕਾਰ ਦੇ ਸ਼ਸਤਰ ਫੜਾ ਕੇ ਤੁਰਕ ਰਾਜ ਨੂੰ ਨਾਸ਼ ਕਰ ਦਿਆਂਗੇ। ਮੇਰਾ ਖਾਲਸਾ ਧਰਤੀ ਦਾ ਰਾਜ ਕਰੇਗਾ। ਤੁਸੀਂ ਵੀ ਜੇ ਮੇਰੇ ਖਾਲਸੇ ਦੇ ਅਧੀਨ ਹੋ ਕੇ ਨਹੀਂ ਰਹੋਗੇ ਤਾਂ ਤੁਹਾਡਾ ਰਾਜ ਵੀ ਮੇਰਾ ਖਾਲਸਾ ਛੀਨ ਲਵੇਗਾ। ਗੁਰੂ ਜੀ ਦੀ ਇਸ ਗੱਲ ਨਾਲ ਭੀਮ ਚੰਦ ਆਦਿਕ ਰਾਜੇ ਕੁਝ ਗੁੱਸੇ ਨਾਲ ਕਹਿਣ ਲੱਗੇ, ਅਸੀਂ ਤੁਹਾਡਾ ਭੇਖ ਕੇਸ ਆਦਿ ਕੁਝ ਧਾਰਨ ਨਹੀਂ ਕਰਾਂਗੇ, ਤੁਹਾਡੀ ਜਿਵੇਂ ਮਰਜ਼ੀ ਹੈ ਕਰੋ। ਸਤਿਗੁਰੂ ਜੀ ਨੇ ਕਿਹਾ, ਐ ਪਹਾੜੀ ਰਾਜਿਓ, ਤੁਹਾਨੂੰ ਰਾਜ ਦਾ ਅਭਿਮਾਨ ਹੈ। ਜੇ ਤੁਸੀਂ ਸਿੱਖ ਬਣ ਜਾਂਦੇ ਤਾਂ ਤੁਹਾਡੇ ਰਾਜ ਵੱਧ ਜਾਣੇ ਸਨ। ਤੁਸਾਂ ਅਸ਼ਰਦਕ ਹੋ ਕੇ ਰਹਿਣਾ ਸੀ ਕਿ ਅਸਾਂ ਆਪਣੀ ਤਾਕਤ ਨਾਲ ਰਾਜ ਵਧਾਇਆ ਹੈ, ਪਰ ਜੇ ਅਸੀਂ ਹੁਣ ਗਰੀਬਾਂ ਨੂੰ ਰਾਜ ਦਿਆਂਗੇ ਤਾਂ ਉਹ ਜਾਣਨਗੇ
ਇਹ ਗੁਰੂ ਦੀ ਕਿਰਪਾ ਨਾਲ ਸਾਨੂੰ ਮਿਲਿਆ ਹੈ। ਐਸੀ ਵਾਰਤਾਲਾਪ ਕਰ ਸੁਣ ਕੇ ਰਾਜੇ ਆਪਣੇ ਡੇਰਿਆਂ ਨੂੰ ਵਾਪਸ ਚਲੇ ਗਏ ਅਤੇ ਗੱਲਾਂ ਕਰਨ ਲੱਗੇ ਕਿ ਦੇਵੀ ਸਿੱਧ ਕਰਕੇ ਗੁਰੂ ਜੀ ਦਾ ਸੁਭਾਅ ਕੁਝ ਹੋਰ ਤਰ੍ਹਾਂ ਦਾ ਹੋ ਗਿਆ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।